ਜਿਹੜੀ ਸੈਂਟਰ ਗੌਰਮੈਂਟ ਹੈ ਉਹਨੂੰ ਚਾਹੀਦਾ ਕਿ ਮੈਡੀਸਨ ਤੇ ਐਕਸਾਈਜ਼ ਵਿੱਚ ਫ੍ਰੀ ਕਰ ਦੇ, GST ਫ੍ਰੀ ਕਰ ਦੇ। ਸੈਂਟਰ ਗਵਰਨਮੈਂਟ ਕਰਨਾ ਕਿਉਂ ਨਹੀਂ ਚਾਹੁੰਦੀ? ਕਹਿੰਦੇ ਫਿਰ ਤਾਂ ਆਮ ਪਬਲਿਕ ਉਹਨਾਂ ਦੇ ਨਾਲ ਹੋ ਜਾਏਗੀ ਜੇਕਰ ਉਹ ਕਰ ਦੇਣਗੇ। ਫਿਰ ਕਰਨਾ ਕਿਉਂ ਨਹੀਂ ਚਾਹੁੰਦੀ? ਦਿੱਕਤ ਕਿੱਥੇ ਆ ਜਾਂਦੀ? ਸਰ ਰੈਵਨਿਊ ਮੈਮ, ਤੂੰ ਜਿਹੜਾ ਲਾਲਚ ਹੈ ਨਾ ਪੈਸੇ ਕਮਾਉਣ ਦਾ, ਉਹ ਬੰਦੇ ਨੂੰ ਥੱਲੇ ਨਹੀਂ ਆਉਣ ਦਿੰਦਾ। ਜਿਹੜੇ ਰੇਟ ਹੈ ਇਹ ਸਾਰੇ ਸੈਂਟਰ ਗਵਰਨਮੈਂਟ ਤੇ ਮੈਨੂਫੈਕਚਰ ਕਰਦੇ ਨੇ। ਮੈਨੂਫੈਕਚਰਿੰਗ MRP ਬੇਸ ਆਪਣੇ ਬੇਸ ਤੇ ਕਰਦੀਆਂ ਸੀ, ਤਾਂ ਉਹ ਹੁਣ ਸੈਂਟਰ ਗਵਰਨਮੈਂਟ ਨੇ ਫਿਕਸ ਕਰਤੀ ਵੀ ਤੁਸੀਂ ਇਹਨਾਂ ਮੈਡੀਸਨ ਦੀ MRP ਇੰਨੀ ਹੀ ਰੱਖ ਸਕਦੇ ਹੋ, ਇਸ ਤੋਂ ਉੱਪਰ ਨਹੀਂ ਰੱਖ ਸਕਦੇ। ਕੰਪਨੀਆਂ ਨੂੰ ਇੰਸਟਰਕਸ਼ਨ ਹੈ ਕਿ ਤੁਸੀਂ 1 ਸਾਲ ਬਾਅਦ 10 ਤੋਂ ਲੈ ਕੇ 12% ਤੱਕ ਰੇਟ ਇਨਕਰੀਜ਼ ਕਰ ਸਕਦੇ। ਸਾਰੀ ਦਵਾਈਆਂ ਦੇ ਰੇਟ ਵਧਣਗੇ? ਬਿਲਕੁਲ, ਸਾਰੀ ਦਵਾਈਆਂ ਦੇ ਰੇਟ ਵਧਣਗੇ। ਮੇਨ ਜਿਹੜੀ ਦਵਾਈਆਂ ਲੱਗਦੀ ਉਹਨਾਂ ਦਾ ਰੇਟ ਵੱਧ ਰਿਹਾ ਹੈ, ਉਹਨਾਂ ਦੀ ਆੜ 'ਚ ਦੂਸਰੀ ਕੰਪਨੀਆਂ ਬਾਕੀ ਪ੍ਰੋਡਕਟਸ ਦੇ ਵੀ ਰੇਟ ਵਧਾ ਦਿੰਦੇ ਆ। ਸਾਰੀਆਂ ਮਹਿੰਗੀਆਂ ਹੋਣਗੀਆਂ, BP ਦੀਆਂ, ਕਾਰਡੀਅਕ ਦੀਆਂ ਔਰ ਡਾਇਬੀਟਿਕ ਦੀਆਂ ਦਵਾਈਆਂ ਸਾਰੀਆਂ ਮਹਿੰਗੀਆਂ ਹੋਣ ਜਾ ਰਹੀਆਂ। ਜਿਹੜਾ ਕੰਟੇਨਰ ਮੰਨ ਲਓ 5 ਲੱਖ 'ਚ ਕੰਟੇਨਰ ਇੱਕ ਇੱਥੇ ਆਉਂਦਾ ਸੀਗਾ ਚਾਈਨਾ ਤੋਂ, ਅੱਜ ਉਹ 12 ਲੱਖ 'ਚ ਆ ਰਿਹਾ। ਉਹਦਾ ਬੋਝ ਕਿਹਦੇ 'ਤੇ ਪੈਣਾ? ਸਾਡੇ ਲੋਕਾਂ 'ਤੇ ਪੈਣਾ। ਤੇ ਹੁਣ ਐਦਕੀ ਵੀ ਜਦ ਮਹਿੰਗਾਈ ਵੱਧ ਰਹੀ ਹੈ, ਦਵਾਈਆਂ ਦੇ ਰੇਟ ਵਧਣਗੇ ਤੇ ਲੋਕਾਂ ਨੂੰ ਸਭ ਤੋਂ ਪਹਿਲਾਂ ਆ ਕੇ ਤੁਹਾਨੂੰ ਇੱਥੇ ਬੋਲਣਗੇ ਆਹ ਕੀ ਤੁਸੀਂ ਲੁੱਟ ਮਚਾਈ ਹੋਈ ਹੈ। ਇੱਥੇ ਰੋਜ਼ ਲੜਾਈ ਹੁੰਦੀ ਹੈ ਜੀ। ਅਗਰ ਅਸੀਂ ਪੇਸ਼ੈਂਟ ਨੂੰ ਕਹਿੰਦੇ ਵੀ 730 ਹੈ, ਉਹ ਕਹਿੰਦਾ ਸੁਧਾਰ ਜੀ ਆ ਮੈਂ ਪਰਸੋਂ 640 ਦਾ ਲੈ ਗਿਆ, ਅੱਜ 630 ਹੈ। ਉਹ ਇਹ ਸੋਚਦਾ ਹੈ ਕਿ ਇਹਨੇ ਰੇਟ ਵਧਾਤੇ। ਫਿਰ ਜਿਸ ਵੇਲੇ ਮਾਰਕੀਟ ਜਾ ਕੇ ਸਾਰੀ ਦੁਕਾਨਾਂ ਤੋਂ ਰੇਟ ਪਤਾ ਕਰਕੇ ਆਉਂਦਾ, ਫਿਰ ਸਾਡੇ ਕੋਲ ਲੈ ਕੇ ਜਾਂਦਾ, ਉਹਦੀ ਮਜਬੂਰੀ ਹੈ ਕਿਉਂਕਿ ਉਹਨੂੰ ਮੈਡੀਸਨ ਦੀ ਲੋੜ ਹੈ। ਬਟ ਅਸੀਂ ਜਦ ਪੇਸ਼ੈਂਟ ਨੂੰ ਕਹਿੰਦੇ ਹਾਂ ਤੂੰ ਜੈਨਰਿਕ ਲੈ ਲੈ, ਉਹ ਕਹਿੰਦਾ ਨਾ, ਜੋ ਮੈਨੂੰ ਡਾਕਟਰ ਨੇ ਲਿਖੀ ਹੈ ਮੈਂ ਉਹੀ ਲੈਣੀ। ਔਰ ਜਿਹੜੇ ਲਿਖੇ ਹੋਏ ਨੇ 70-80% ਉਹ ਸਾਡੇ ਹੀ ਬੰਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਜੈਨਰਿਕ ਮੈਡੀਸਨ ਤੇ MRP ਕੁਝ ਜ਼ਿਆਦਾ ਹੁੰਦੀ ਹੈ, ਉੱਥੇ 70% ਲੈਸ ਕਰਕੇ ਫਿਰ ਵੀ ਕਮਾ ਜਾਂਦੇ ਨੇ। ਤਾਂ ਸੋ ਜਿਹੜੇ ਉਹਨਾਂ ਨੇ 10 ਤੋਂ 12% ਰੇਟ ਵਧਾਏ ਨੇ, ਉਹ ਅੰਡਰ DPC ਜਿਹੜੇ ਪ੍ਰੋਡਕਟ ਹੈ ਉਹਨਾਂ ਦੇ ਵਧੇ ਨੇ। ਔਰ ਉਹਨਾਂ ਦੇ ਵਧਣ ਨਾਲ ਜਿਹੜੀ ਕੰਪਨੀਆਂ ਨੇ ਉਹ ਸਾਰੇ ਹੀ ਚੱਕ ਕੇ 10-12% ਵਧਾ ਦਿੰਦੀਆਂ ਨੇ। ਕਿਉਂਕਿ ਸਾਡਾ ਜਿਹੜਾ ਰਾ ਮਟੀਰੀਅਲ ਪ੍ਰੋਡਕਸ਼ਨ ਹੈ ਉਹ ਇੱਥੇ ਹੈ ਹੀ ਨਹੀਂ। 10 ਤੋਂ ਲੈ ਕੇ 20% ਤੱਕ ਮਸਾਂ ਹੋਏਗਾ। ਕੋਈ ਵੀ ਸਾਡੀ ਮੈਡੀਸਨ ਉੱਥੇ MRP ਇਨਕਲੂਸਿਵ ਆਫ ਆਲ ਟੈਕਸਿਸ ਲਿਖਿਆ ਹੁੰਦਾ, ਔਰ ਸਾਡਾ ਕੋਈ ਵੀ ਕੈਮਿਸਟ MRP ਤੋਂ ਉੱਪਰ ਚੀਜ਼ ਦੇ ਹੀ ਨਹੀਂ ਸਕਦਾ। ਸਾਡੇ ਹੋਲਸੇਲ ਮਾਰਕੀਟ ਅਸੀਂ ਵੀ ਸਾਨੂੰ ਅਗਰ 10% ਜਾਂ 8% ਮਿਲਦਾ, ਅਸੀਂ 4-5% ਅੱਗੇ ਪੇਸ਼ੈਂਟ ਨੂੰ ਦੇ ਦਿੰਦੇ ਹਾਂ। ਮਤਲਬ ਅਸੀਂ ਤਾਂ ਆਪਣੀ ਤਰਫੋਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਸਕਾਊਂਟ ਦੇ ਕੇ ਸਸਤੀ ਕਰ ਸਕੀਏ, ਬਟ ਜਿਹੜਾ ਪਿੱਛੋਂ ਹੀ ਮਹਿੰਗਾ ਰੇਟ ਹੋ ਕੇ ਆਏਗਾ ਉਹਦਾ ਅਸੀਂ ਕੀ ਰੋਲ ਕਰਾਂਗੇ? ਸੋ ਦੇਖੋ, ਅਗਰ ਸੈਂਟਰ ਗੌਰਮੈਂਟ ਹਰ ਜਗ੍ਹਾ ਕਮਾਈ ਕਰਦੀ ਹੈ, ਅਗਰ ਇੱਕ ਮੈਡੀਸਨ ਵਿੱਚੋਂ ਛੱਡ ਦੇਗੀ, ਉਹਦੇ ਐਕਸਾਈਜ਼ ਫ੍ਰੀ ਕਰ ਦੇਗੀ, GST ਫ੍ਰੀ ਕਰ ਦੇਗੀ, ਤਾਂ ਉਹਦਾ ਆਮ ਪਬਲਿਕ ਉਹਨਾਂ ਦਾ ਗੁਣ ਗਾਏਗੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਅਸੀਂ ਕਈ ਵਾਰੀ ਲੋਕਾਂ ਨੂੰ ਕਹਿੰਦੇ ਸੁਣਿਆ ਹੋਣਾ ਹੈ ਕਿ ਮੁਸੀਬਤਾਂ ਜਦ ਆਉਂਦੀਆਂ ਨੇ ਤੇ ਚਾਰੋਂ ਪਾਸੋਂ ਆਉਂਦੀਆਂ ਨੇ ਤੇ ਰਾਹ ਨਹੀਂ ਲੱਭਦਾ। ਤੇ ਇਸ ਟਾਈਮ ਤੇ ਕੁਝ ਇਹੋ ਜਿਹੀ ਮੁਸੀਬਤ ਜਿਹੜੀ ਹੈ ਲੋਕਾਂ ਦੇ ਸਾਹਮਣੇ ਨਜ਼ਰ ਆ ਰਹੀ ਹੈ, ਉਹ ਹੈ ਵੱਧਦੀ ਮਹਿੰਗਾਈ। ਮਹਿੰਗਾਈ ਨੇ ਲੋਕਾਂ ਨੂੰ ਇਸ ਤਰੀਕੇ ਨਾਲ ਘੇਰਾ ਪਾ ਲਿਆ ਹੈ ਕਿ ਲੋਕਾਂ ਨੂੰ ਰਸਤਾ ਨਹੀਂ ਸਮਝ ਆ ਰਿਹਾ। ਇੱਕ ਪਾਸੇ ਕਹਿੰਦੇ ਰੂਸ ਤੇ ਯੂਕਰੇਨ ਦੇ ਵਿਚਕਾਰ ਜੰਗ ਛਿੜੀ ਹੋਈ ਹੈ, ਪਰ ਭਾਰਤ ਦੇ ਵਿੱਚ ਮਹਿੰਗਾਈ ਤੇ ਆਮ ਲੋਕਾਂ ਦੇ ਵਿਚਕਾਰ ਜੰਗ ਛਿੜੀ ਹੋਈ ਹੈ। ਕਹਿੰਦੇ ਮਹਿੰਗਾਈ ਦੀ ਮਾਰ ਜਿਹੜੀ ਹੈ ਲਗਾਤਾਰ ਲੋਕਾਂ ਤੇ ਪੈ ਰਹੀ ਹੈ, ਪਰ ਹੁਣ ਤਾਂ ਲੋਕ ਇਹ ਕਹਿਣ ਨੂੰ ਮਜਬੂਰ ਹੋ ਚੁੱਕੇ ਨੇ ਕਿ ਮਹਿੰਗਾਈ ਦੀ ਮਾਰ ਨਹੀਂ, ਮਹਿੰਗਾਈ ਆਪਣਾ ਕਹਿਰ ਬਰਪਾ ਰਹੀ ਹੈ। ਅੱਜ ਜੋ ਤੁਹਾਨੂੰ ਜਾਣਕਾਰੀ ਦੇਣ ਲੱਗੀ ਹਾਂ ਕਿ ਜਿੱਥੇ ਇੱਕ ਪਾਸੇ ਪੈਟਰੋਲ, ਡੀਜ਼ਲ, ਘਰੇਲੂ ਗੈਸ ਸਿਲੰਡਰ, ਰਾਸ਼ਨ ਦੇ ਰੇਟ ਸਭ ਕੁਝ ਅਸਮਾਨ ਛੂੰਹਦੇ ਨਜ਼ਰ ਆ ਰਹੇ ਨੇ, ਪਰ ਹੁਣ ਦਵਾਈਆਂ ਦੇ ਰੇਟ ਵੀ ਜਿਹੜੇ ਇਸੇ ਤਰੀਕੇ ਨਾਲ ਵੱਧਦੇ ਨਜ਼ਰ ਆ ਰਹੇ ਨੇ। ਹੁਣ ਜੇ ਲੋਕਾਂ ਨੂੰ ਕੋਈ ਬਿਮਾਰੀ, ਇੱਕ ਕਹਿੰਦੇ ਦਿੱਕਤ ਪਰੇਸ਼ਾਨੀ ਵੀ ਹੋਵੇਗੀ ਨਾ, ਤੇ ਲੋਕਾਂ ਨੂੰ ਪਹਿਲਾਂ 10 ਵਾਰੀ ਇਹ ਸੋਚਣਾ ਪਏਗਾ ਕਿ ਉਹ ਦਵਾਈਆਂ ਲੈਣ ਜਾਣ ਜਾਂ ਨਾ ਲੈਣ ਜਾਣ। ਇਹ तमाम ਚੀਜ਼ਾਂ ਹੋਣ ਵਾਲੀਆਂ ਨੇ। ਤੇ ਅੱਜ ਸਾਡੇ ਨਾਲ ਪਿੰਡੀ ਸਟਰੀਟ ਤੋਂ GS ਚਾਵਲਾ ਜੀ ਵੀ ਮੌਜੂਦ ਨੇ, ਲਵਲੀ ਡਾਬਰ ਜੀ ਵੀ ਮੌਜੂਦ ਨੇ। ਉਹਨਾਂ ਦੋਨਾਂ ਜਨਾਂ ਨਾਲ ਗੱਲਬਾਤ ਹੋਵੇਗੀ ਤੇ ਜਾਣਦੇ ਹਾਂ ਸਰ, ਕਹਿੰਦੇ ਮਹਿੰਗਾਈ ਦੇ ਜਿਹੜਾ ਹੈ ਹੁਣ ਤਾਂ ਮਹਿੰਗਾਈ ਆਪਣਾ ਕਹਿਰ ਬਰਪਾ ਰਹੀ ਹੈ। ਕੋਈ ਵੀ ਇੱਕ ਪਾਸਾ ਨਹੀਂ ਬਚਿਆ ਜਿੱਥੇ ਜਿਹੜਾ ਹੈ ਮਹਿੰਗਾਈ ਨੇ ਜਿਹੜੀ ਹੈ ਆਪਣੀ ਮਾਰ ਨਾ ਪਾਈ ਹੋਵੇ। ਅਤੇ ਹੁਣ ਕਹਿੰਦੇ ਕਿ ਦਵਾਈਆਂ ਦੇ ਰੇਟ ਵੀ ਵਧਣੇ ਸ਼ੁਰੂ ਹੋ ਚੁੱਕੇ ਨੇ। ਅਤੇ ਪਹਿਲਾਂ ਤੇ ਗੱਲ ਕੀਤੀ ਜਾਵੇ ਪਿਛਲੇ 2 ਸਾਲਾਂ ਦੇ ਵਿੱਚ ਕੀ ਸਟੇਟਸ ਰਿਹਾ? ਮਹਿੰਗਾਈ ਇੱਥੇ ਵੀ ਪੈਂਦੀ ਸੀ, ਇਹਨਾਂ ਦੇ ਵੀ ਰੇਟਾਂ ਦੇ ਵਿੱਚ ਵਾਧਾ ਹੋ ਰਿਹਾ ਸੀ ਕਿ ਇੱਥੇ ਬਚਿਆ ਹੋਇਆ ਸੀ ਇਹ ਵਾਲਾ ਡਿਪਾਰਟਮੈਂਟ? ਮੈਂ ਪਤਾ ਕੀ ਹੈ ਕਿ ਰੇਟ ਤਾਂ ਰੈਗੂਲਰ ਵੱਧ ਰਹੇ ਨੇ, ਕਿਉਂਕਿ ਅਸੀਂ ਪਿਛਲਾ 3 ਸਾਲ ਤੋਂ ਪਹਿਲੇ ਦਾ ਲੈ ਲਈਏ ਰਿਕਾਰਡ ਤੇ ਅੱਜ ਦਾ ਲੈ ਲਈਏ ਤੇ ਜਸਟ ਮੈਡੀਸਨ ਰੇਟ ਡਬਲ ਨੇ। ਗੱਲ ਹੈ ਕਿ ਜਿਹੜੇ ਆਮ ਪਬਲਿਕ ਹੈ ਉਹ ਇਹੀ ਸਮਝਦੀ ਹੈ ਕਿ ਸਾਡੇ ਕੈਮਿਸਟ ਰੇਟ ਵਧਾ ਦਿੰਦੇ ਨੇ।
ਕਿਉਂਕਿ ਅਸੀਂ ਤੁਹਾਡੇ ਮੀਡੀਆ ਦੇ ਥਰੂ ਇੱਕ ਸਾਰੀ ਆਮ ਪਬਲਿਕ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਆਰ ਦਾ ਟ੍ਰੇਡਰ। ਸਾਡਾ ਕੰਮ ਹੈ ਟ੍ਰੇਡਿੰਗ ਕਰਨਾ, ਸਾਡਾ ਕੰਮ ਹੈ ਮਾਲ ਲੈ ਕੇ ਅੱਗੇ ਦੇਣਾ। ਇਹ ਜਿਹੜੇ ਰੇਟ ਹੈ ਇਹ ਸਾਰੇ ਸੈਂਟਰ ਗਵਰਨਮੈਂਟ ਤੇ ਮੈਨੂਫੈਕਚਰ ਕਰਦੇ ਨੇ। ਹੁਣ ਜੋ ਸਾਨੂੰ ਸਾਡੀ ਨੌਲੇਜ ਆ ਰਿਹਾ, ਜਿਹੜੇ ਅੰਡਰ DPCO ਪ੍ਰੋਡਕਟ ਆਉਂਦੇ ਨੇ, ਮਤਲਬ DPCO ਮਤਲਬ ਹੈਗਾ ਡਰੱਗ ਪ੍ਰਾਈਸ ਕੰਟਰੋਲ ਆਰਡਰ। ਇਹ ਗਵਰਨਮੈਂਟ ਹਰ 3 ਮਹੀਨੇ ਬਾਅਦ ਜਿਹੜੇ ਇਸੈਂਸ਼ੀਅਲ ਚੀਜ਼ਾਂ ਨੇ ਜਿਹਦੇ ਕੰਪਨੀਆਂ ਮੈਨੂਫੈਕਚਰਿੰਗ MRP ਬੇਸ ਆਪਣੇ ਬੇਸ ਤੇ ਕਰਦੀਆਂ ਸੀ, ਤਾਂ ਉਹ ਹੁਣ ਸੈਂਟਰ ਗਵਰਨਮੈਂਟ ਨੇ ਫਿਕਸ ਕਰਤੀ ਵੀ ਤੁਸੀਂ ਇਹਨਾਂ ਮੈਡੀਸਨ ਦੀ MRP ਇੰਨੀ ਹੀ ਰੱਖ ਸਕਦੇ ਹੋ, ਇਸ ਤੋਂ ਉੱਪਰ ਨਹੀਂ ਰੱਖ ਸਕਦੇ। ਸੋ ਦੇਖੋ, ਇੱਕ ਗਵਰਨਮੈਂਟ ਅੱਛਾ ਸਟੈਪ ਇਹ ਵੀ ਲੈਂਦੀ ਹੈ ਕਿ ਜਿਹੜੇ ਅੰਨ੍ਹੇਵਾਹ ਰੇਟ ਵਧ ਰਹੇ ਨੇ ਉਹ ਘਟਾਉਂਦੀ ਵੀ ਹੈ, ਬਟ ਘਟਾਉਣ ਦੇ ਨਾਲ ਨਾਲ ਇਹ ਜਿਹੜੀ NPP ਹੈ ਅੰਡਰ DPCO ਜਿਹੜੇ ਪ੍ਰੋਡਕਟ ਆਉਂਦੇ ਨੇ ਉਹਨਾਂ ਨੂੰ ਕੰਪਨੀਆਂ ਨੂੰ ਇੰਸਟਰਕਸ਼ਨ ਹੈ ਕਿ ਤੁਸੀਂ 1 ਸਾਲ ਬਾਅਦ 10 ਤੋਂ ਲੈ ਕੇ 12% ਤੱਕ ਰੇਟ ਇਨਕਰੀਜ਼ ਕਰ ਸਕਦੇ ਹੋ। ਉਹ ਰੈਗੂਲਰ ਪਿਛਲੇ ਮਤਲਬ 2-3 ਸਾਲ ਤੋਂ ਆਪਣੇ ਆਪ ਵੱਧ ਜਾਂਦੇ ਆ। ਕੋਈ ਜਨਵਰੀ ਵੱਧ ਗਿਆ, ਕੋਈ ਮਾਰਚ 'ਚ ਵੱਧ ਗਿਆ, ਜਿਹੜੀ ਕੰਪਨੀ ਨੇ ਸਾਲ ਬਾਅਦ ਉਹਨੇ ਰੇਟ ਵਧਾ ਦੇਣਾ। ਇਸ ਵਾਰੀ ਜਿਹੜੀ NPP ਹੈ ਮਤਲਬ ਆਪਾਂ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ, ਉਹਨਾਂ ਨੇ ਡਿਕਲੇਅਰ ਕਰਤਾ ਕਿ ਅਪ੍ਰੈਲ ਤੋਂ ਸਭ ਦੇ ਰੇਟ 10 ਤੋਂ 12% ਵੱਧ ਜਾਣਗੇ। ਐਕਚੁਅਲੀ ਜਿਹੜਾ NPP ਦੇ ਅੰਡਰ ਆਉਂਦਾ, ਅੰਡਰ DPCO ਪ੍ਰੋਡਕਟ ਸਾਰੇ ਆਉਂਦੇ ਨੇ, ਔਰ ਕਈ ਚੀਜ਼ਾਂ ਐਸੀਆਂ ਨੇ ਜਿੱਦਾਂ ਫੂਡ ਸਪਲੀਮੈਂਟ ਨੇ ਜਾਂ ਤਾਕਤ ਦੇ ਨੇ, ਉਹ ਕਈ ਨਹੀਂ ਆਉਂਦੇ। ਤਾਂ ਸੋ ਜਿਹੜੇ ਉਹਨਾਂ ਨੇ 10 ਤੋਂ 12% ਰੇਟ ਵਧਾਏ ਨੇ ਉਹ ਅੰਡਰ DPCO ਜਿਹੜੇ ਪ੍ਰੋਡਕਟ ਹੈ ਉਹਨਾਂ ਦੇ ਵਧੇ ਨੇ, ਔਰ ਉਹਨਾਂ ਦੇ ਵਧਣ ਨਾਲ ਜਿਹੜੀ ਕੰਪਨੀਆਂ ਨੇ ਉਹ ਸਾਰੇ ਹੀ ਚੱਕ ਕੇ 10-12% ਵਧਾ ਦਿੰਦੀਆਂ ਨੇ, ਕਿਉਂਕਿ ਹਰ ਚੀਜ਼ ਨੂੰ ਮੌਕਾ ਚਾਹੀਦਾ ਹੁੰਦਾ। ਤੋ ਅੱਗੇ ਦੇਖੋ, ਜਿਹੜੀ ਤੁਸੀਂ ਹੁਣ ਦੀ ਗੱਲ ਕਰੀ ਯੂਕਰੇਨ ਦੀ ਤੇ ਰੂਸ ਦੀ ਲੜਾਈ ਹੋ ਰਹੀ ਹੈ, ਚਲੋ ਉਹਦੇ ਨਾਲ ਲੜਾਈ ਹੋਣ ਨਾਲ ਕੀ ਹੈ ਕਿ ਸਾਡੀ ਜੋ ਫਾਰਮਾ ਇੰਡਸਟਰੀ ਹੈ ਉਹਦਾ ਜਿਹੜਾ ਰਾ ਮਟੀਰੀਅਲ ਹੈ ਉਹ ਮੈਕਸਿਮਮ ਇੰਪੋਰਟ ਹੁੰਦਾ ਚਾਈਨਾ ਤੋਂ, ਕਿਉਂਕਿ ਸਾਡਾ ਜਿਹੜਾ ਰਾ ਮਟੀਰੀਅਲ ਪ੍ਰੋਡਕਸ਼ਨ ਹੈ ਉਹ ਇੱਥੇ ਹੈ ਹੀ ਨਹੀਂ। 10 ਤੋਂ ਲੈ ਕੇ 20% ਤੱਕ ਮਸਾਂ ਹੋਏਗਾ। ਮਤਲਬ ਅਗਰ 80% ਅਸੀਂ ਰਾ ਮਟੀਰੀਅਲ ਬਾਹਰ ਇੰਪੋਰਟ ਤੇ ਡਿਪੈਂਡੈਂਟ ਹੈਗੇ ਹਾਂ, ਔਰ ਉਸ ਦੇ ਉੱਪਰ ਜਿਹੜਾ ਇੰਪੋਰਟ ਹੋ ਕੇ ਆਉਂਦਾ ਉੱਪਰ ਐਕਸਾਈਜ਼ ਵੀ ਲੱਗਦੀ ਹੈ। ਹੁਣ ਜਿਸ ਵੇਲੇ ਮੈਨੂਫੈਕਚਰ ਨੂੰ ਰਾ ਮਟੀਰੀਅਲ ਹੀ ਕੋਸਟ ਕਰੇਗਾ, ਔਰ ਜहाँ ਤੱਕ ਸਾਡੇ ਆਈਡੀਆ ਆਇਆ ਕਿ ਜਿਹੜਾ ਚਾਈਨਾ ਤੋਂ ਰਾ ਮਟੀਰੀਅਲ ਐਕਸਪੋਰਟ ਹੁੰਦਾ ਇਸ ਟਾਈਮ ਜਸਟ ਲਾਈਕ ਡਬਲ ਰੇਟ ਹੋ ਚੁੱਕਿਆ। ਜਿਸ ਵੇਲੇ ਰਾ ਮਟੀਰੀਅਲ ਦੇ ਡਬਲ ਰੇਟ ਹੋਣਗੇ ਤਾਂ ਮੈਡੀਸਨ 'ਤੇ ਇਫੈਕਟ ਪਏਗਾ ਹੀ ਪਏਗਾ। ਸੋ ਅਸੀਂ ਤਾਂ ਇਹੀ ਗੱਲ ਕਹਿੰਦੇ ਹਾਂ ਕਿ ਸੈਂਟਰ ਨੂੰ ਗਵਰਨਮੈਂਟ ਨੂੰ ਬਾਰ-ਬਾਰ ਕਹਿੰਦੇ ਹਾਂ ਕਿ ਤੁਸੀਂ, ਕਿਉਂਕਿ ਜਿਹੜੇ ਸਾਡੀ ਮੈਡੀਸਨ ਲਾਈਨ ਹੈ ਇੱਕ ਤਾਂ MRP ਬੇਸ ਹੈ, ਕਿਉਂਕਿ ਤੁਸੀਂ ਦੇਖੋ ਕੋਈ ਵੀ ਸਾਡੀ ਮੈਡੀਸਨ ਉੱਥੇ MRP ਇਨਕਲੂਸਿਵ ਆਫ ਆਲ ਟੈਕਸਿਸ ਲਿਖਿਆ ਹੁੰਦਾ, ਔਰ ਸਾਡਾ ਕੋਈ ਵੀ ਕੈਮਿਸਟ MRP ਤੋਂ ਉੱਪਰ ਚੀਜ਼ ਦੇ ਹੀ ਨਹੀਂ ਸਕਦਾ। ਨੰਬਰ 2, ਅੱਜ ਕੱਲ੍ਹ ਜਿਹੜੀ ਪ੍ਰਾਈਸ ਵਾਰ ਚੱਲੀ ਹੈ, ਕੰਪੀਟੀਸ਼ਨ ਚੱਲਿਆ, ਇੰਨੀ ਸ਼ੋਪਸ ਹੋ ਚੁੱਕੀਆਂ ਨੇ, ਤੁਸੀਂ ਦੇਖਿਆ ਹੋਣਾ ਰਿਟੇਲਰ 10 ਤੋਂ ਲੈ ਕੇ 20% ਤੱਕ ਲੈਸ ਕਰ ਦਿੰਦੇ ਨੇ, ਮਾਰਜਨ ਉਹਨਾਂ ਦੇ ਵੀ ਘਟ ਗਏ। ਸਾਡੇ ਹੋਲਸੇਲ ਮਾਰਕੀਟ ਅਸੀਂ ਵੀ ਸਾਨੂੰ ਅਗਰ 10% ਜਾਂ 8% ਮਿਲਦਾ, ਅਸੀਂ 4-5% ਅੱਗੇ ਪੇਸ਼ੈਂਟ ਨੂੰ ਦੇ ਦਿੰਦੇ ਹਾਂ। ਮਤਲਬ ਅਸੀਂ ਤਾਂ ਆਪਣੀ ਤਰਫੋਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਸਕਾਊਂਟ ਦੇ ਕੇ ਸਸਤੀ ਕਰ ਸਕੀਏ, ਬਟ ਜਿਹੜਾ ਪਿੱਛੋਂ ਹੀ ਮਹਿੰਗਾ ਰੇਟ ਹੋ ਕੇ ਆਏਗਾ ਉਹਦਾ ਅਸੀਂ ਕੀ ਰੋਲ ਕਰਾਂਗੇ। ਔਰ ਅਸੀਂ ਤੇ ਮੈਂ ਪਿੱਛੇ 3-4 ਦਿਨ ਤੋਂ ਮੀਡੀਆ ਦਾ ਅਸੀਂ ਬਹੁਤ ਥੈਂਕਸ ਕਰਦੇ ਹਾਂ ਕਿ ਸਾਡੀ ਆਵਾਜ਼ ਜਿਹੜੀ ਆਮ ਪਬਲਿਕ ਸੋਚਦੀ ਹੈ ਕਿ ਕੈਮਿਸਟ ਜਿਹੜੇ ਨੇ ਇਹ ਰੇਟ ਵਧਾ ਦਿੰਦੇ ਨੇ, ਇੱਕ ਤੁਹਾਨੂੰ ਤੁਸੀਂ ਸਾਡੇ ਮੀਡੀਆ ਥਰੂ ਸਾਡੇ ਇੱਕ ਮੈਸੇਜ ਦੇ ਰਹੇ ਹੋ ਕਿ ਭਾਈ ਰੇਟ ਅਸੀਂ ਨਹੀਂ ਵਧਾਉਂਦੇ, ਅਗਰ ਰੇਟ ਦੀ ਗੱਲ ਕਰਨੀ ਹੈ ਤਾਂ ਸੈਂਟਰ ਗਵਰਨਮੈਂਟ ਨਾਲ ਕਰੋ, ਉਹਦੇ ਸਟੇਟ ਗਵਰਨਮੈਂਟ ਦਾ ਵੀ ਕੋਈ ਰੋਲ ਨਹੀਂ ਹੈਗਾ, ਕਿਉਂਕਿ ਜਿਹੜੀ ਐਕਚੁਅਲੀ ਜਿਹੜਾ ਪ੍ਰਾਈਸ ਡਰੱਗਸ ਰੂਲ ਹੈਗਾ, ਠੀਕ ਹੈ, ਇਹ ਐਕਟ ਵੀ ਸੈਂਟਰ ਗਵਰਨਮੈਂਟ ਦਾ, ਇਹ ਕਿਸੇ ਸਟੇਟ ਗਵਰਨਮੈਂਟ ਦਾ ਨਹੀਂ ਹੈ। ਡਰੱਗ ਕੋਸਮੈਟਿਕ ਜਿਹੜਾ ਐਕਟ ਹੈਗਾ ਉਹ ਸਾਰਾ ਸੈਂਟਰ ਗਵਰਨਮੈਂਟ ਦਾ, ਬਟ ਅਸੀਂ ਉਹੀ ਕਹਿੰਦੇ ਹਾਂ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨੂੰ ਚਾਹੀਦਾ ਕਿ ਮੈਡੀਸਨ ਤੇ ਐਕਸਾਈਜ਼ ਵਿੱਚ ਫ੍ਰੀ ਕਰ ਦੇ, GST ਫ੍ਰੀ ਕਰ ਦੇ। ਅਗਰ GST ਐਕਸਾਈਜ਼ ਫ੍ਰੀ ਕਰ ਦੇਗੀ ਤੇ ਨੈਚੁਰਲੀ ਹੈ ਕਿ ਜਿਹੜਾ ਅੱਜ ਰੇਟ 100 ਹੈ ਉਹ ਕੱਲ 60 ਹੋ ਜਾਏਗਾ, 30 ਤੋਂ ਲੈ ਕੇ 40% ਤੱਕ ਰੇਟ ਡਿਕਰੀਜ਼ ਹੋ ਜਾਣਗੇ। ਸੋ ਜਦ ਤੱਕ ਗਵਰਨਮੈਂਟ ਇਸ ਚੀਜ਼ ਵੱਲ ਧਿਆਨ ਨਹੀਂ ਦੇਗੀ ਤਾਂ ਰੇਟ ਤੇ ਡੇ ਬਾਈ ਡੇ ਵਧਣੇ ਹੀ ਵਧਣੇ ਨੇ, ਕਿਉਂਕਿ ਫਾਰਮਾ ਇੰਡਸਟਰੀ ਹੈ, ਤੁਹਾਨੂੰ ਅੱਜ ਪਤਾ ਹੈ ਕਿ ਹਰ ਘਰ 'ਚ ਮੈਡੀਸਨ ਦੀ ਲੋੜ ਹੈ, ਔਰ ਐਸਾ ਕੋਈ ਘਰ ਨਹੀਂ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਹਰ ਬੰਦੇ ਨੂੰ ਲੋੜ ਹੈ। ਔਰ ਫਾਰਮਾ ਇੰਡਸਟਰੀ ਪਤਾ ਨਹੀਂ ਕਿੰਨੇ ਹਜ਼ਾਰਾਂ ਕਰੋੜ ਦੀ ਹੈ, ਤੇ ਅਗਰ ਉਹ ਸੈਂਟਰ ਗਵਰਨਮੈਂਟ ਉਹਦੇ ਰੈਵਨਿਊ ਦੇਖਦੀ ਹੈ ਨਾ, ਤੇ ਉਹ ਕਦੇ ਸੋਚਦੀ ਹੀ ਨਹੀਂ ਕਿ ਅਸੀਂ ਐਕਸਾਈਜ਼ ਘਟਾ ਦਈਏ ਜਾਂ GST ਘਟਾ ਦਈਏ। ਸੋ ਦੇਖੋ, ਅਗਰ ਸੈਂਟਰ ਗਵਰਨਮੈਂਟ ਹਰ ਜਗ੍ਹਾ ਕਮਾਈ ਕਰਦੀ ਹੈ, ਅਗਰ ਇੱਕ ਮੈਡੀਸਨ ਵਿੱਚੋਂ ਛੱਡ ਦੇਗੀ, ਉਹਦੇ ਐਕਸਾਈਜ਼ ਫ੍ਰੀ ਕਰ ਦੇਗੀ, GST ਫ੍ਰੀ ਕਰ ਦੇਗੀ, ਤਾਂ ਉਹਦਾ ਆਮ ਪਬਲਿਕ ਉਹਨਾਂ ਦਾ ਗੁਣ ਗਾਏਗੀ। ਜਿਹੜੀ ਸਾਨੂੰ ਗਾਲਾਂ ਪੈਂਦੀਆਂ ਨੇ, ਠੀਕ ਹੈ, ਉਹ ਫਿਰ ਸਾਨੂੰ ਵੀ ਸ਼ਾਬਾਸ਼ੀ ਮਿਲੇਗੀ ਤੇ ਸੈਂਟਰ ਗਵਰਨਮੈਂਟ ਨੂੰ ਸ਼ਾਬਾਸ਼ੀ। ਕਿਉਂ ਨਹੀਂ ਚਾਹੁੰਦੀ ਫਿਰ ਸੈਂਟਰ ਗਵਰਨਮੈਂਟ ਕਰਨਾ ਕਿਉਂ ਨਹੀਂ ਚਾਹੁੰਦੀ? ਕਹਿੰਦੇ ਫਿਰ ਤਾਂ ਆਮ ਪਬਲਿਕ ਉਹਨਾਂ ਦੇ ਨਾਲ ਹੋ ਜਾਏਗੀ ਜੇਕਰ ਉਹ ਕਰ ਦੇਣਗੇ, ਫਿਰ ਕਰਨਾ ਕਿਉਂ ਨਹੀਂ ਚਾਹੁੰਦੀ? ਦਿੱਕਤ ਕਿੱਥੇ ਆ ਜਾਂਦੀ? ਸਰ ਰੈਵਨਿਊ ਮੈਮ, ਰੈਵਨਿਊ ਜਿਹੜਾ ਪੈਸਾ ਗਵਰਨਮੈਂਟ ਨੂੰ ਟੈਕਸ ਤੇ ਐਕਸਾਈਜ਼ ਤੇ ਮਿਲਦਾ ਹੈ ਉਹ ਕਿੱਥੋਂ ਮਿਲੇਗਾ? ਤੋ ਜਿਹੜਾ ਲਾਲਚ ਹੈ ਨਾ ਪੈਸੇ ਕਮਾਉਣ ਦਾ, ਉਹ ਬੰਦੇ ਨੂੰ ਥੱਲੇ ਨਹੀਂ ਆਉਣ ਦਿੰਦਾ।
ਅਗਰ ਸੈਂਟਰ ਗਵਰਨਮੈਂਟ ਮੋਦੀ ਸਾਹਿਬ ਅਗਰ ਥੋੜਾ ਜਿਹਾ ਸਾਡੀ ਆਮ ਪਬਲਿਕ ਵਾਸਤੇ ਸੋਚ ਲੈਣ, ਅਗਰ ਮੈਡੀਸਨ ਨੂੰ ਸਿਰਫ ਐਕਸਾਈਜ਼ ਫਰੀ ਤੇ GST ਫਰੀ ਕਰ ਦੇਣ ਤੇ ਮੈਂ ਕਿਹਾ ਬੱਲੇ ਬੱਲੇ ਉਹਨਾਂ ਦੀ ਹੋ ਜਾਏਗੀ, ਸਾਡੀ ਵੀ ਹੋ ਜਾਏਗੀ। ਲਵਲੀ ਜੀ, ਜੇਕਰ ਗੱਲ ਕੀਤੀ ਜਾਵੇ, ਕਹਿੰਦੇ ਦਵਾਈਆਂ ਦੇ ਹੁਣ ਰੇਟ ਹੋਰ ਵੱਧ ਜਾਣੇ, ਪਿਛਲੇ 2 ਸਾਲਾਂ ਦੇ ਵਿੱਚ ਵੀ ਲਗਾਤਾਰ ਵੱਧ ਰਹੇ ਨੇ, ਅਤੇ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੇ ਦਿਮਾਗ ਦੇ ਵਿੱਚ ਹੋਏਗਾ ਕਿ ਪਾਰਟਿਕੂਲਰਲੀ ਕੋਈ ਇਹੀ ਦਵਾਈਆਂ ਦੇ ਰੇਟ ਵਧਣਗੇ ਜਾਂ ਇਹੀ ਸਾਲਟ ਵਾਲੀ ਦਵਾਈਆਂ ਦੇ ਰੇਟ ਵਧਣਗੇ, ਮਤਲਬ ਹੋਏਗਾ ਕਿ ਤੁਹਾਨੂੰ ਜ਼ਿਆਦਾ ਪਤਾ ਹੋਏਗਾ, ਇਸ ਫੀਲਡ ਤੋਂ ਜੁੜੇ ਹੋਏ ਹੋ, ਅਤੇ ਕੀ ਕੁਝ ਹੋ ਰਿਹਾ, ਸਾਰੀ ਦਵਾਈਆਂ ਦੇ ਰੇਟ ਵਧਣਗੇ? ਬਿਲਕੁਲ ਸਾਰੀ ਦਵਾਈਆਂ ਦੇ ਰੇਟ ਵਧਣਗੇ, ਕਿਉਂਕਿ ਅਗਰ ਜਿਹੜੇ ਮੇਨ ਜਿਹੜੀ ਦਵਾਈਆਂ ਲੱਗਦੀ ਉਹਨਾਂ ਦਾ ਰੇਟ ਵੱਧ ਰਿਹਾ ਹੈ, ਉਹਨਾਂ ਦੀ ਆੜ 'ਚ ਦੂਸਰੀ ਕੰਪਨੀਆਂ ਬਾਕੀ ਪ੍ਰੋਡਕਟਸ ਦੇ ਵੀ ਰੇਟ ਵਧਾ ਦਿੰਦੇ ਆ, ਤੇ A to Z ਤੱਕ ਸਾਰੀ ਦਵਾਈਆਂ ਦੇ 10 ਤੋਂ 12% ਦੇ ਰੇਟ ਰਿਵਾਈਜ਼ ਹੋਣਗੇ। ਮਤਲਬ ਲੋਕੀ ਜਿੱਦਾਂ ਜ਼ਿਆਦਾਤਰ ਘਰੇ ਵੀ ਇਦਾਂ ਹੁੰਦਾ, ਲੋਕ ਐਂਟੀ ਐਲਰਜਿਕ, ਐਂਟੀਬਾਇਓਟਿਕ, ਪੈਰਾਸੀਟਾਮੋਲ, ਇਹ ਸਾਰੀ तमाम ਦਵਾਈਆਂ ਆਪਣੇ ਘਰ ਵੀ ਰੱਖ ਦਿੰਦੇ, ਪਰ ਇਹਨਾਂ ਦੇ ਰੇਟਾਂ ਦੇ ਵਿੱਚ ਵੀ ਪੂਰਾ ਫਰਕ ਦੇਖਣ ਨੂੰ ਮਿਲ ਰਿਹਾ। ਉਸ ਤੋਂ ਇਲਾਵਾ ਜਿਨ੍ਹਾਂ ਨੂੰ ਹੈ ਹੀ ਦਿੱਕਤਾਂ ਪਰੇਸ਼ਾਨੀਆਂ, ਸ਼ੂਗਰ, BP ਜਾਂ ਕੋਈ ਹੋਰ ਉਹਨਾਂ ਦੀ ਵੱਡੀ ਮੈਡੀਸਿਨ ਚੱਲ ਰਹੀ ਹੈ, ਕੋਈ ਵੱਡੀ ਦਿੱਕਤ ਪਰੇਸ਼ਾਨੀ ਦੀ, ਉਹ ਤਾਂ ਮਹਿੰਗੀਆਂ ਹੋਣਗੀਆਂ। ਹੁਣ ਬਿਲਕੁਲ ਮਹਿੰਗੀਆਂ ਹੋਣਗੀਆਂ, ਸਾਰੀਆਂ ਮਹਿੰਗੀਆਂ ਹੋਣਗੀਆਂ। BP ਦੀਆਂ, ਕਾਰਡੀਅਕ ਦੀਆਂ ਔਰ ਡਾਇਬੀਟਿਕ ਦੀਆਂ ਦਵਾਈਆਂ ਸਾਰੀਆਂ ਮਹਿੰਗੀਆਂ ਹੋਣ ਜਾ ਰਹੀਆਂ। ਨਾਰਮਲ ਪੈਰਾਸੀਟਾਮੋਲ ਤੱਕ ਵੀ ਹੁਣ ਤੁਸੀਂ ਦੇਖੋ, ਪੈਰਾਸੀਟਾਮੋਲ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਪਿਛਲੇ 2 ਸਾਲਾਂ 'ਚ ਡਬਲ ਹੋ ਚੁੱਕੀ ਹੈ। ਸਾਰੀ ਦਵਾਈਆਂ ਰੇਟ ਮਹਿੰਗੇ ਹੋ ਰਹੇ ਆ, ਕਿਉਂਕਿ ਟੈਕਸ ਬਹੁਤ ਵੱਧ ਰਿਹਾ। ਟੈਕਸ ਦੇ ਨਾਲ ਟਰਾਂਸਪੋਰਟੇਸ਼ਨ ਬਹੁਤ ਵੱਧ ਰਹੀ ਹੈ। ਜਿਹੜਾ ਕੰਟੇਨਰ ਮੰਨ ਲਓ 5 ਲੱਖ 'ਚ ਕੰਟੇਨਰ ਇੱਕ ਇੱਥੇ ਆਂਦਾ ਸੀਗਾ ਚਾਈਨਾ ਤੋਂ, ਅੱਜ ਉਹ 12 ਲੱਖ 'ਚ ਆ ਰਿਹਾ। ਉਹਦਾ ਬੋਝ ਕਿਹਦੇ 'ਤੇ ਪੈਣਾ? ਸਾਡੇ ਲੋਕਾਂ 'ਤੇ ਪੈਣਾ, ਉਹ ਰੇਟਾਂ 'ਤੇ ਹੀ ਪੈਣਾ। ਕੋਈ ਵੀ ਬੰਦਾ ਪੱਲਿਓਂ ਪਾ ਕੇ ਉਹਨੂੰ ਕਵਰ ਨਹੀਂ ਕਰੇਗਾ, ਉਹਨੂੰ ਰੇਟ ਰਿਵਾਈਜ਼ ਕਰਕੇ ਉਹ ਰੇਟ ਵਧਾਉਂਦੇ ਆ, ਉਹਦਾ ਬੋਝ ਸਾਰਾ ਆਮ ਜਨਤਾ 'ਤੇ ਹੀ ਪੈਂਦਾ। ਜਦ ਦਵਾਈਆਂ ਦੀ ਗੱਲ ਹੁੰਦੀ ਹੈ ਨਾ ਸਰ, ਅਤੇ ਇੱਕ ਨਾਲ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਇਹੋ ਜਿਹੀ ਥਿੰਕਿੰਗ ਬੈਠੀ ਹੁੰਦੀ, ਲੋਕ ਕਹਿੰਦੇ ਸਭ ਤੋਂ ਜ਼ਿਆਦਾ ਦਵਾਈਆਂ ਵਾਲਿਆਂ ਦੀ ਕਮਾਈ ਹੁੰਦੀ ਹੈ, ਇਹ ਜ਼ਿਆਦਾ ਲੁੱਟਦੇ ਨੇ, ਕਹਿੰਦੇ ਇੱਕ ਹਸਪਤਾਲ ਤੇ ਇੱਕ ਦਵਾਈਆਂ ਵਾਲੇ, ਲੋਕਾਂ ਨੂੰ ਇਦਾਂ ਦਾ ਲੱਗਦਾ ਹੈ ਨਾ। ਪਰ ਜਦ ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲਾਂ ਹਾਲੇ ਟੈਕਨੀਕਲ ਚੀਜ਼ਾਂ ਸਮਝਾਈਆਂ ਨੇ ਕਿ ਸੈਂਟਰਲ ਗਵਰਨਮੈਂਟ ਇਸ ਤਰੀਕੇ ਨਾਲ ਜਿਹੜਾ ਹੈ ਰੈਵਨਿਊ ਕਮਾਉਣ ਦੀ ਕੋਸ਼ਿਸ਼ ਦੇ ਵਿੱਚ ਨਹੀਂ ਸੋਚਦੀ ਹੈਗੀ तमाम ਚੀਜ਼ਾਂ, ਤੇ ਹੁਣ ਐਦਕੀ ਵੀ ਜਦ ਮਹਿੰਗਾਈ ਵੱਧ ਰਹੀ ਹੈ, ਦਵਾਈਆਂ ਦੇ ਰੇਟ ਵਧਣਗੇ, ਤੇ ਲੋਕਾਂ ਨੂੰ ਸਭ ਤੋਂ ਪਹਿਲਾਂ ਆ ਕੇ ਤੁਹਾਨੂੰ ਇੱਥੇ ਬੋਲਣਗੇ ਆ ਕਿ ਤੁਸੀਂ ਲੁੱਟ ਮਚਾਈ ਹੋਈ ਹੈ। ਇੱਥੇ ਰੋਜ਼ ਲੜਾਈ ਹੁੰਦੀ ਹੈ ਜੀ। ਅਗਰ ਅੱਜ ਮੈਂ ਇੱਕ ਪ੍ਰੋਡਕਟ 640 ਦਾ ਵੇਚ ਰਿਹਾ, ਔਰ ਜਿਹੜਾ ਨੈਕਸਟ ਬੈਚ ਆਉਂਦਾ ਉਹਦਾ ਰੇਟ 730 ਰੁਪਏ ਹੁੰਦਾ। ਅਗਰ ਅਸੀਂ ਪੇਸ਼ੈਂਟ ਨੂੰ ਕਹਿੰਦੇ ਵੀ 730 ਹੈ, ਉਹ ਕਹਿੰਦਾ ਸੁਧਾਰ ਜੀ ਆ ਮੈਂ ਪਰਸੋਂ 640 ਦਾ ਲੈ ਗਿਆ, ਅੱਜ 630 ਹੈ। ਉਹ ਇਹ ਸੋਚਦਾ ਹੈ ਕਿ ਇਹਨੇ ਰੇਟ ਵਧਾਤੇ ਜਾਂ ਮਾਰਕੀਟ ਛੋਟੇ ਜੀ ਇਹਨੇ ਰੇਟ ਵਧਾਤੇ। ਪਰ ਜਿਸ ਵੇਲੇ ਉਹ ਮਾਰਕੀਟ ਜਾ ਕੇ ਸਾਰੀ ਦੁਕਾਨਾਂ ਤੋਂ ਰੇਟ ਪਤਾ ਕਰਕੇ ਆਉਂਦਾ, ਫਿਰ ਸਾਡੇ ਕੋਲ ਲੈ ਕੇ ਜਾਂਦਾ, ਉਹਦੀ ਮਜਬੂਰੀ ਹੈ, ਕਿਉਂਕਿ ਉਹਨੂੰ ਮੈਡੀਸਨ ਦੀ ਲੋੜ ਹੈ। ਲੋੜ ਤੇ ਉਹ ਮਜਬੂਰੀ 'ਚ ਲੈ ਕੇ ਜਾਏਗਾ। ਬਟ ਇੱਕ ਹੈ ਕਿ ਉਹ ਕਸੂਰਵਾਰ ਕਿਹਨੂੰ ਠਹਿਰਾ ਰਿਹਾ? ਕਸੂਰ ਸਾਡੇ ਕੈਮਿਸਟਾਂ ਨੂੰ ਠਹਿਰਾ। तो मीडिया थ्रू असी यही कहना है कि साड़ी जी इंडस्ट्री है, साड़ी फार्मा इंडस्ट्री MRP बेस है। MRP तुसी देखो, अगर एक चीज़ होर मैं तुहानूं इत्थे करा कि सेंट्रल गौरमेंट भी कहती जेनरिक बेचो। साढ़े अजकल तुसी रिटेल काउंटर देखो, रिटेल काउंटर से असी एक काउंटर रिटेल का जेनरिक का बनाया। तो साडा जिहड़ा पेशेंट आंदा एथिकल प्रोडक्ट डॉक्टर ने लिखिया होंदा, वो जरूर कहता कि बई आ रेट है, ये एथिकल प्रोडक्ट है, इहदा 100 पएगा। अगर तुसी ये जेनरिक लोगे, इहदा रेट 30 रुपये पएगा। तो लोग ये सोचते हैं यार जेनरिक 30 रुपए तो एथिकल 100 रुपए, ये तो सारे लुट जाते हैं। बट असी ये कहना चाहते हैं कि उन्होंने ये नहीं पता कि जी फार्मा कंपनी है, जी एथिकल काम करते हैं, वो अपने प्रोडक्ट मार्केट प्रमोट भी करते हैं। उन्होंने अगे सेल्स रिप्रेजेंटेटिव रखे ने, मार्केटिंग सैंपल्स देंगे ने, टेस्टिंग करते हैं, पता नहीं उन्होंने कितने खर्चे ने, वो उस वास्ते कोई ध्यान नहीं देता। क्योंकि जेनरिक मैडिसन है, वो तो सिर्फ मैन्युफैक्चरिंग होनी है, साल नाम लगना, उन्हें मार्केट सुट देना, उन्होंने मार्केट एक्सपेंस कोई नहीं है। दैट्स वाई कि रेट फर्क होंदा। बट असी जब पेशेंट को कहने तू जेनरिक ले लै, वो कहता ना जो मैंने डॉक्टर ने लिखी है मैं वही लैनी। या तो पेशेंट होए भी जेनरिक ते एथिकल की फर्क होंदा। साढ़े को आंदे नहीं समझाने भाई जो एथिकल है, नैचुरल है, वो थोड़ा प्योर होंदा, उसकी सैंपलिंग, उसकी टेस्टिंग, सारा कुछ जी कंपनियां ने वो अपना नाम कमाने वास्ते सारा सिस्टम बना के चलदियां ने। ते जी जेनरिक है वो तो जी मैन्युफैक्चरिंग हुई, एक बैच पाया, चक के मार्केट सुटता, उन्हें ना एक्सपायरी लैनी है, ना ब्रेकेज लैनी है, ना कुछ लेना। साड़ी लाइन च है, अगर असी इत्थे बैठे हैं, सानू कल नूं कोई एक्सपायरी हो जाती है, तो जो साड़ी ऑल इंडिया बॉडी है उन्होंने एक प्रमोट किया विद इन 6 मंथ तुसीं अगर एक्सपायरी वापस कर दोगे तो वो रिंबर्स हो जाएगी। तो सानू जिसले असी एथिकल का काम करते हैं, सानू कोई फायदे भी ने। फायदे के नाल नुकसान ये है कि असी लैस वार शुरू करती। हुण तुसीं केमिस्ट को चले कोई 10% लैस कर रहा है, कोई 15 कर रहा है, कोई 20 भी कर देंदा। और जिहड़े लिखे हुए ने 70-80% वो साढ़े ही बंदे लोगों को बेवकूफ़ बनाते हैं। जेनरिक मैडिसन ते MRP कुछ ज़्यादा होती है, उत्थे 70% लैस करके फिर भी कमा जाते हैं। और असी सेंट्रल गौरमेंट को इक्को कह रहे हैं भी जी जेनरिक मैडिसन है उसका रेट भी जेनरिक के हिसाब नाल ही MRP होना चाहिए, ना कि जेनरिक वाले भी एथिकल के रेट लगा के इत्थे रेट लगा दें। उहदे च की है कि साडे भी बड़ी काली भेडां ने जिहड़ियां फायदा चकदियां ने। तो असी तो बार बार सब नूं ये अवेयर करते हैं कि भाई इस चीज़ तो बचो। और ये सब तो वड्डा रोल
ਸਾਡੀ ਸੈਂਟਰ ਗਵਰਨਮੈਂਟ ਦਾ ਹੋਏਗਾ, ਤੇ ਅਗਰ ਸੈਂਟਰ ਗਵਰਨਮੈਂਟ ਆਰਡਰ ਕੱਢੇਗੀ ਤੇ ਤਾਂ ਜਾ ਕੇ ਆਏਗਾ। ਅਸੀਂ ਕਹਿੰਦੇ ਕਿ ਜਿੰਨੀ ਵੀ ਮੈਡੀਸਨ ਨੇ ਸਾਰੀ ਤੁਸੀਂ ਅੰਡਰ ਡੀਪੀਸੀ ਲੈ ਲਓ, ਉਹਨਾਂ ਦਾ ਰੇਟ ਤੁਸੀਂ ਫਿਕਸ ਕਰੋ ਤਾਂ ਕਿ ਕਿਸੇ ਨੂੰ ਕਹਿਣ ਦਾ ਮੌਕਾ ਹੀ ਨਾ ਮਿਲੇ। ਦੇਖੋ ਜੀ ਮੈਨੂਫੈਕਚਰ ਇਹ ਹੁੰਦਾ ਹੈ, ਅੱਜ ਇੱਕ ਕੰਪਨੀ ਦੇ ਇੱਕ ਸਾਲਟ ਸੇਮ ਸਾਲਟ ਹੈ, ਉਹਦਾ ਰੇਟ 180 ਰੁਪਏ ਹੈ, ਦੂਸਰੀ ਕੰਪਨੀ ਦਾ ਰੇਟ ਹੈ 100 ਰੁਪਏ। ਇਹ ਵੀ ਤਾਂ ਫਰਕ ਹੈ ਨਾ। ਤੇ ਅਗਰ ਗਵਰਨਮੈਂਟ ਅੰਡਰ ਡੀਪੀਸੀ ਲੈ ਲੇਗੀ, ਉਹਦੇ ਇੱਕ ਤਾਂ ਪ੍ਰਾਈਸ ਬਰਾਬਰ ਹੋ ਜਾਏਗਾ, ਰੇਟ ਘਟ ਜਾਣਗੇ। ਅੱਗੇ ਗਵਰਨਮੈਂਟ ਇੱਕ ਹੋਰ ਕੰਮ ਕਰਦੇ, ਸੋਨੇ ਤੇ ਸੁਹਾਗਾ ਐਕਸਾਈਜ਼ ਖਤਮ ਕਰ ਦੇ, GST ਖਤਮ ਕਰ ਦੇ। ਪਰ ਮੈਂ ਕਿਹਾ ਜਿੰਨਾ ਲੋਕਾਂ ਨੂੰ ਫਾਇਦਾ ਹੋਣਾ, ਅਸੀਂ ਜੰਜਾਲਾਂ ਤੋਂ ਬਚ ਜਾਵਾਂਗੇ। ਠੀਕ ਹੈ, ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲਣਗੀਆਂ, ਹੋਰ ਕੋਈ ਤਰੀਕਾ ਨਹੀਂ ਹੈ ਦਵਾਈਆਂ ਨੂੰ ਸਸਤਾ ਕਰਨ। ਇਹ ਗੱਲਬਾਤ ਹੋਈ ਹੈ ਕਿਸ ਤਰੀਕੇ ਨਾਲ ਹੁਣ ਇੱਕ ਹੋਰ ਜਿਹੜੀ ਹੈ ਮਹਿੰਗਾਈ ਦੀ ਮਾਰ ਲੋਕਾਂ ਤੇ, ਆਮ ਲੋਕਾਂ ਦੀ ਜੇਬ ਤੇ ਪੈਣ ਵਾਲੀ ਹੈ, ਆਮ ਲੋਕਾਂ ਤੇ ਪੈਣ ਵਾਲੀ ਹੈ, ਕਿਉਂਕਿ ਹੁਣ ਦਵਾਈਆਂ ਦੇ ਰੇਟ ਜਿਹੜੇ ਹੈ ਵੱਧ ਜਾਣਗੇ। ਜਿੱਥੇ ਇੱਕ ਪਾਸੇ ਗੱਲ ਹੋ ਰਹੀ ਹੈ ਕਿ ਬਾਕੀ ਚੀਜ਼ਾਂ ਨੇ ਲੈ ਕੇ ਗੱਲ ਕੀਤੀ ਜਾਵੇ, ਰੋਜ਼ਾਨਾ ਦੇ ਵਿੱਚ ਯੂਜ਼ ਆਉਣ ਵਾਲਾ ਸਮਾਨ ਰਾਸ਼ਨ ਹੈ, ਫਿਰ ਚਾਹੇ ਘਰੇਲੂ ਗੈਸ ਸਿਲੰਡਰ ਹੈ, ਪੈਟਰੋਲ ਡੀਜ਼ਲ ਹੈ, ਤੇ ਹੁਣ ਦਵਾਈਆਂ ਜਿਸ ਦੇ ਰਾਹੀਂ ਲੋਕ ਆਪਣਾ ਇਲਾਜ ਕਰਵਾਉਂਦੇ ਨੇ। ਲੋਕ ਸੋਚਦੇ ਨੇ ਕਿ ਦਵਾਈਆਂ ਖਾ ਕੇ ਉਹਨਾਂ ਨੂੰ ਉਸ ਬਿਮਾਰੀ ਤੋਂ ਰਾਹਤ ਮਿਲੇਗੀ, ਪਰ ਉਹਨੂੰ ਦਵਾਈਆਂ ਲੈਣ ਵਾਸਤੇ ਵੀ ਲੋਕ ਸੋਚਣ ਲਈ ਪਹਿਲਾਂ ਮਜਬੂਰ ਹੋਣਗੇ ਕਿ ਜੇਬ ਜਿਹੜੀ ਹੈ ਜ਼ਿਆਦਾ ਖਾਲੀ ਕਰਨੀ ਪਏਗੀ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਹਿੰਗਾਈ ਤੋਂ ਸੈਂਟਰਲ ਗਵਰਨਮੈਂਟ ਰਾਹਤ ਦਵਾ ਪਾਏਗੀ ਜਾਂ ਨਹੀਂ ਦਵਾ ਪਾਏਗੀ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕੈਮਰਾਮੈਨ ਕਰਨ ਕੁਮਾਰ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦ ਸਿਟੀ ਹੈਡਲਾਈਨਸ।